ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੰਦਰ ਪੈਂਦੇ ਥਾਣਾ ਕਬੋਹ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕੁਝ ਦਿਨ ਪਹਿਲਾਂ ਲਾਪਤਾ ਇੱਕ ਲੜਕੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਪੁੱਛਗਿੱਛ ਦੇ ਦੌਰਾਨ ਇਹ ਕਬੂਲ ਕੀਤਾ ਕਿ ਉਹਨਾਂ ਨੇ ਉਸ ਲੜਕੇ ਦਾ ਮਰਡਰ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਰਕੇਸ਼ ਕੌਸ਼ਲ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਫੜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਿਊਜ਼ ਹੈਡਲਾਈਨ ਇੰਡੀਆ ਦੀ ਰਿਪੋਰਟ। This is a very good case, classic case of investigation by the police. ਜਿਹੜੀ ਚੀਜ਼ ਨੂੰ ਮੈਂ ਹਮੇਸ਼ਾ ਤੋਂ ਆਪਣੇ ਕੈਰੀਅਰ ਦੇ ਸਟਾਰਟ ਤੋਂ ਲੈ ਕੇ ਹੁਣ ਤੱਕ ਕਰਦਾ ਆਇਆ ਔਰ ਮੈਨੂੰ ਐਪਰੀਸ਼ੀਏਟ ਵੀ ਕਰਦਾ। ਪੁਲਿਸ ਦਾ ਬੇਸਿਕ ਕੰਮ ਆ ਉਹ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਅੱਬਲ ਤੇ ਕੋਸ਼ਿਸ਼ ਕਰਨਾ ਕਿ ਕ੍ਰਾਈਮ ਕੋ ਨਾ ਹੋਏ, ਜੇ ਹੋ ਜਾਏ ਤਾਂ ਉਸ ਕ੍ਰਾਈਮ ਨੂੰ ਟ੍ਰੇਸ ਕਰਨਾ। और मैनू अज बहुत खुशी है इस गल दसते हुए कि मैं कुछ दिन पहले ही थाना कमोह इंस्पैक्टर अमरीक सिंह जिन्हें मेरे सज्जे पासे बैठे ने, इन्होंने बतौर एसटीओ का चार्ज दिता सीगा, एसटीओ लगाया सीगा। इन्होंने चार्ज लैन के 48 घंटे अंदर ही एक केस जिहड़ा कि कोई 4 महीने पुराना सीगा, 7वें महीने का जिहड़ा केस दर्ज तो जरूर होया पर ना तो प्रॉपर सैक्शन दर्ज होया, ना ਉਹਦੀ ਪ੍ਰੋਪਰ ਤਫਤੀਸ਼ ਹੋਈ। ਇਹਨਾਂ ਨੇ ਉਹਦੀ ਬਹੁਤ ਵਧੀਆ ਸਾਇੰਟਿਫਿਕ ਢੰਗ ਨਾਲ ਤਫਤੀਸ਼ ਕਰਕੇ ਇਹਨਾਂ ਨੇ ਉਸ ਕੇਸ ਨੂੰ ਪੂਰਾ ਮਿਹਨਤ ਕਰਕੇ ਹੱਲ ਕਰ ਲਿਆ। ਇਹ ਕੇਸ ਨੇ ਲੱਭ ਲਿਆ 209 ਨੰਬਰ ਮੁਕੱਦਮਾ 19 ਜੁਲਾਈ ਨੂੰ ਅੰਡਰ ਸੈਕਸ਼ਨ 346 ਆਈਪੀਸੀ ਥਾਣਾ ਕਮੋਹ ਵਿਖੇ ਦਰਜ ਹੋਇਆ ਸੀਗਾ। ਜਿੱਥੇ ਇੱਕ ਲੜਕਾ ਸੀਗਾ ਯੰਗ ਰੋਹਿਤ 18 ਸਾਲ ਦਾ, ਉਹ ਮਿਸਿੰਗ ਹੋ ਗਿਆ ਕੁਝ ਦੇਰ ਤੋਂ, ਕਿਸੇ ਡਾਕਟਰ ਦੇ ਕਲੀਨਿਕ 'ਤੇ ਕੰਮ ਕਰਦਾ ਸੀਗਾ। ਉਹਦੇ ਫਾਦਰ ਨੇ ਆ ਕੇ ਬਿਆਨ ਦੇ ਕੇ ਇਹ ਪਰਚਾ ਦਰਜ ਕਰਾਇਆ ਕਿ ਮੇਰਾ ਮੁੰਡਾ 2 ਤਰੀਕ ਦਾ ਘਰੋਂ ਗਿਆ ਲੇਕਿਨ ਉਹ ਘਰ ਵਾਪਸ ਨਹੀਂ ਆਇਆ। ਉਹਨੇ ਕਿਹਾ ਵੀ ਹੋ ਸਕਦਾ ਉਹਨੂੰ ਕੁਝ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੋਏ। ਇਸ ਗੱਲ ਇਹ 'ਤੇ ਪਰਚਾ ਦਰਜ ਕਰਕੇ ਤੇ ਤਫਤੀਸ਼ ਕੀਤੀ ਹੈ। ਸੋ ਪੁਲਿਸ ਨੇ ਪਰਚਾ ਦਰਜ ਕੀਤਾ, ਨੋ ਡਾਊਟ ਮਿਹਨਤ ਕੀਤੀ, लेकिन वो उस केस ਨੂੰ हल नहीं कर सके। लेकिन इंस्पैक्टर अमरीक सिंह ने अपनी पूरी सूझबूझ का तफ्तीशी स्किल का मुजाहरा करते हुए इन्होंने इस केस से वर्क किया। इस 2 आदमी सीगे, एक वरिंदर सिंह उर्फ राजू पुत्र लेट सतनाम सिंह वासी नवे नाकला, वासी नवे नाकला। दूसरा लड़का सीगा प्रिंस पुत्र लखविंदर सिंह वासी नवे नाकला। इन्हां दोनों नूं थाने आके उन्हां दी पुछगिछ कीती, साइंटिफिक तरीके नाल सारा एविडेंस इकट्ठा किया, एस्टैबलिश किया और इन्हां दी तफ्तीश ते वो दोनों मुलजम टुट गए। उन्होंने फिर इकबाल किया, इकबाले जुल्म किया उन्होंने कि असी इस लड़के नूं रोहित नूं असी 2 तरीक नूं नाल ले जाके पिंड गोसल जिमीदारा साइड जी वड्डी नहर हैगी है ਉਹਦੇ ਕੋਲ ਦਾਤਰ ਮਾਰ ਕੇ ਅਸੀਂ ਉਹਦਾ ਕਤਲ ਕਰਤਾ ਸੀਗਾ। ਅਸੀਂ ਕਤਲ ਕਰਕੇ ਲਾਸ਼ ਦੀ ਅਸੀਂ ਉਹਦੀ ਉੱਥੇ ਸੁੱਟਦੀ ਸੀਗੀ ਝਾੜੀਆਂ 'ਚ, ਜਿਹੜੀ ਉੱਥੇ ਸੜਗਲ ਗਈ। ਉਹ ਕਹਿੰਦੇ ਕਿ ਅਸੀਂ ਇਹਦਾ ਮੋਟਰਸਾਈਕਲ ਦੇ ਬਾਕੀ ਸਮਾਨ ਜਿਹੜਾ ਸੀਗਾ ਅਸੀਂ ਛੁਪਾ ਲਿਆ ਸੀਗਾ, ਪਰ ਇਸ ਬਾਰੇ ਨਾ ਅਸੀਂ ਕਿਸੇ ਨੂੰ ਦੱਸਿਆ, ਨਾ ਅਸੀਂ ਕਿਸੇ ਨਾਲ ਗੱਲ ਕੀਤੀ। ਵਜ੍ਹਾ ਇਹ ਸੀ ਕਿ ਵਰਿੰਦਰ ਸਿੰਘ ਦੇ ਕਿਸੇ ਲੜਕੀ ਨਾਲ ਨਜਾਇਜ਼ ਸੰਬੰਧ ਸੀਗੇ, ਜਿਹਦੇ ਬਾਰੇ ਇਹਨੂੰ ਪਤਾ ਲੱਗ ਗਿਆ ਸੀਗਾ ਰੋਹਿਤ ਨੂੰ, ਔਰ ਰੋਹਿਤ ਉਹਨੂੰ ਕਹਿੰਦਾ ਸੀ ਵੀ ਤੂੰ ਗਲਤ ਕੀਤਾ ਹੈਗਾ, ਔਰ ਉਹਨੇ ਇਹਦੇ ਲੜਕੀ ਦੇ ਪੇਰੈਂਟਸ ਨੂੰ ਤੇ ਵਰਿੰਦਰ ਦੇ ਘਰਦਿਆਂ ਨੂੰ ਇਸ ਬਾਰੇ ਦੱਸਤਾ ਸੀਗਾ। ਉਹ ਮਨ 'ਚ ਇਸ ਗੱਲ ਦੀ ਰੰਜਿਸ਼ ਰੱਖਦਾ ਸੀਗਾ
ਇਹਨਾਂ ਨੇ ਉਹਨੂੰ ਤਰੀਕੇ ਨਾਲ ਬੁਲਾ ਕੇ ਲਿਜਾ ਕੇ ਉਹਨੂੰ ਮਾਰ ਕੇ ਉੱਤੇ ਸੁੱਟਤਾ। ਤੇ ਅਲਟੀਮੇਟਲੀ ਪੁਲਿਸ ਨੂੰ ਜਦੋਂ ਲੱਗਾ ਪਤਾ ਕਿ ਇਹ ਕੋਈ ਗੱਲ ਨਹੀਂ ਬਣੀ ਤਾਂ ਪੁਲਿਸ ਨੇ 346 ਸੈਕਸ਼ਨ 'ਚ ਅਗਵਾ ਦੇ ਅੰਡਰ ਜਿਹੜਾ ਸੀਗਾ ਪਰਚਾ ਦਰਜ ਕਰਤਾ। ਦੋਸ਼ੀਆਂ ਦੇ ਇਕਬਾਲੇ ਜ਼ੁਲਮ ਤੇ ਉਹਨਾਂ ਦੇ ਫਰਦ ਇਨਸਾਫ ਤੇ ਜੁਰਮ ਕਬੂਲ ਕਰ ਲੈਣ ਤੇ ਇਸ ਜੁਰਮ ਨੂੰ ਮੰਨ ਜਾਣ ਤੇ ਇਹਨਾਂ ਨੇ ਫਿਰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਜਾ ਕੇ ਜਦੋਂ ਅੱਜ ਇਲਾਕਾ ਮੈਜਿਸਟਰੇਟ ਨੂੰ ਨਾਲ ਖੜਿਆ, ਆਪਣੇ ਡੀਐਸਪੀ ਸਾਹਿਬ ਅਟਾਰੀ ਨੂੰ ਨਾਲ ਖੜਿਆ, ਤਾਂ ਉੱਥੋਂ ਸਾਨੂੰ ਉਸ ਬੱਚੇ ਦੀ ਖੋਪੜੀ ਉਹਦੀ ਹੱਡੀਆਂ ਉੱਥੋਂ ਬਰਾਮਦ ਹੋ ਗਈਆਂ। ਇਹਨਾਂ ਨੇ ਉਹਨਾਂ ਦੋਸ਼ੀਆਂ ਤੋਂ ਉਹਨਾਂ ਦੀ ਪੁੱਛਗਿੱਛ 'ਤੇ ਜਿਹੜਾ ਦਾਤਰ ਵਰਤਿਆ ਸੀਗਾ ਉਹ ਵੀ ਬਰਾਮਦ ਕਰ ਲਿਆ, ਜਿਹੜਾ ਬਾਕੀ ਸਮਾਨ ਸੀਗਾ ਉਹ ਵੀ ਬਰਾਮਦ ਕਰ ਲਿਆ। ਸੋ ਦੀ ਕੇਸ ਜਿਹੜਾ ਬਲਾਈਂਡ ਮਰਡਰ ਸੀਗਾ, ਇੱਕ ਸਿਰਫ ਅਗਵਾ ਦੇ ਸੈਕਸ਼ਨ 8 ਕਿਡਨੈਪਿੰਗ ਹੇਠ ਦਰਜ ਹੋਇਆ ਸੀਗਾ, that has been traced only with the hard work and investigating skill of Inspector ਅਮਰੀਕ ਸਿੰਘ। ਇਹ ਬਹੁਤ ਇੱਕ ਸ਼ਲਾਘਾਯੋਗ ਕੰਮ ਆ। ਅਸੀਂ ਅਕੋਰਡਿੰਗਲੀ ਇਸ FIR 'ਚ ਮਰਡਰ ਦੇ ਜੁਰਮ ਦਾ 302 ਦਾ ਅਸੀਂ ਵਾਅਦਾ ਵੀ ਕਰਤਾ ਹੈਗਾ, 34 ਸੈਕਸ਼ਨ IPC ਔਰ 302 IPC ਅਸੀਂ ਐਡ ਕਰਤਾ ਹੈਗਾ। ਦੋਨੋਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਸਾਰਾ ਅਸੀਂ ਜੋ ਰਿਕਵਰੀ ਸੀਗੀ ਅਸੀਂ ਕਰ ਲਈ ਹੈ। ਉਹਦੀ ਡੈੱਡ ਬੋਡੀ ਦਾ ਜਿਹੜਾ ਸਕੂਲ ਸੀਗਾ ਅਸੀਂ ਉਹ ਵੀ ਕਰ ਲਿਆ। ਇਹਨੂੰ ਅਸੀਂ ਫਰਦਰ ਫੋਰੈਂਸਿਕ ਸਾਇੰਸ ਨੂੰ ਭੇਜਾਂਗੇ ਫॉर ਐਨਾਲਿਸਿਸ ਐਂਡ ਫॉर conclusive evidence, but this is a classic case of police investigation and you can say tracing a blind murder case। ਜਿਹੜਾ ਜੁਲਾਈ ਮਹੀਨੇ ਹੋਇਆ, 4 ਮਹੀਨੇ ਕੇਸ ਪੁਰਾਣਾ ਸੀਗਾ, ਕੋਈ ਸੁਰਾਗ ਨਹੀਂ ਸੀ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ। ਅਸੀਂ ਇਸ ਕੇਸ ਨੂੰ ਕੰਬੋਹ ਪੁਲਿਸ ਨੇ ਮਿਹਨਤ ਕਰਕੇ ਟ੍ਰੇਸ ਕਰ ਲਿਆ ਔਰ ਮੈਨੂੰ ਖੁਸ਼ੀ ਆ ਕਿ ਜਿਹੜੇ ਸਹੀ ਦੋਸ਼ੀ ਨੇ, ਜਿਹੜੇ ਬਾਹਰ ਘੁੰਮ ਰਹੇ ਸੀਗੇ, ਤੁਰੇ ਫਿਰੇ ਸੀਗੇ, ਨਾਓ ਦੇ ਵੀ ਬਿਹਾਈਂਡ ਬਾਰਸ। ਔਰ ਜਿਹੜਾ ਵਿਚਾਰਾ ਮਕਤੂਲ ਹੈ, ਜਿਹੜਾ ਜਿਹਦੀ ਡੈਥ ਹੋਈ ਹੈ ਰੋਹਿਤ ਦੀ, ਉਹਨੂੰ ਤੇ ਉਹਦੇ ਪਰਿਵਾਰ ਨੂੰ ਇਸ ਚੀਜ਼ ਅਸੀਂ ਇਨਸਾਫ ਦਿੱਤਾ। ਸਰ ਇਹ ਕਨੈਕਸ਼ਨ ਜੀ ਕਿਸ ਤਰ੍ਹਾਂ ਸੀ ਆਪਸ ਵਿੱਚ, ਜਿਹੜੇ ਤੁਸੀਂ ਦੱਸ ਰਹੇ ਹੋ ਵੀ ਲੜਕਾ ਸੀ ਰੋਹਿਤ ਤੇ ਇਹ ਵਰਿੰਦਰ ਤੇ ਪ੍ਰਿੰਸ ਨੂੰ ਕਿਸ ਤਰ੍ਹਾਂ ਜਾਣਦੇ ਸੀ ਆਪਸ ਵਿੱਚ? ਇਹ ਤਿੰਨੋਂ ਦੋਸਤ ਸੀਗੇ, ਦੋ ਨਾਗ ਕਲਾਂ ਦੇ ਸੀ, ਜਿਹੜਾ ਵਰਿੰਦਰ ਤੇ ਪ੍ਰਿੰਸ। ਤੇ ਇਹ ਜਿਹੜਾ ਵਰਿੰਦਰ ਆ ਇਹਦੇ ਨਾਨਕੇ ਸੀ ਰਾਮਨਗਰ ਕਲੋਨੀ ਆ ਜਿਹੜੀ, ਉੱਥੇ ਨਾਨਕੇ ਸੀ ਇਹਦੇ। ਪਿੰਡੋਂ ਇਹ ਨਾਨਕੇ ਆ ਗਿਆ ਸੀ ਤੇ ਨਾਨਕੇ ਆ ਕੇ ਇਹ ਰਹਿੰਦਾ ਸੀ। ਇਹਦੀ ਮਦਰ ਨੇ ਕਿਤੇ ਹੋਰ ਜਗ੍ਹਾ ਦੂਸਰਾ ਵਿਆਹ ਕਰ ਲਿਆ ਸੀ ਤੇ ਇਹ ਫਿਰ ਨਾਨਕੇ ਆ ਗਿਆ। ਇਹਦੇ ਨਾਨਕੇ ਰਹਿਣ ਕਰਕੇ ਇਹ ਜਿਹੜਾ ਰੋਹਿਤ ਆ ਉਹ ਵੀ ਇਹਦਾ ਦੋਸਤ ਬਣ ਗਿਆ। ਇਹਦੇ ਨਾਨਕਿਆਂ ਦੇ ਘਰ ਦੇ ਲਾਗੇ ਹੀ ਉਹਦਾ ਘਰ ਸੀ, ਇਹ ਫਿਰ ਉੱਥੇ ਰਹਿੰਦਾ ਸੀ। ਇਸ ਕਰਕੇ ਤਿੰਨੋਂ ਫਿਰ ਇਕੱਠੇ ਹੋ ਗਏ। ਸਰ ਤੁਸੀਂ ਕਹਿ ਰਹੇ ਹੋ ਅਮਰੀਕ ਸਿੰਘ ਖਾਨਾ ਦੀ ਬਹੁਤ ਵੱਡੀ ਜਿਹੜੀ ਇਹ ਕਾਮਯਾਬੀ ਹੈ ਜੀ। ਇਸ ਤੋਂ ਜਿਹੜੇ ਪਹਿਲੇ ਐਸਐਚਓ ਸੀ ਕਿ ਕਿਆ ਉਹ ਕੰਮ ਨਹੀਂ ਕਰ ਪਾਏ ਸੀ? 4 ਮਹੀਨੇ ਲੱਗੇ। ਪਹਿਲੇ ਇਸ ਤਰ੍ਹਾਂ ਸੀਗਾ ਨਹੀਂ, ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਬਲਾਈਂਡ ਮਰਡਰਸ ਜਾਂ ਕੋਈ ਕ੍ਰਾਈਮ ਐਸੇ ਨੇ ਬਹੁਤ ਟਾਈਮ ਲੈ ਜਾਂਦੇ। ਇਹ 'ਚ ਅਸੀਂ ਇਹ ਨਹੀਂ ਕਹਿੰਦੇ ਪਹਿਲੇ ਐਸਟੀਮੇਟ ਨਹੀਂ ਕੀਤੀ, ਉਹ ਰੋਲ ਵੀ ਚੈੱਕ ਕਰਾਂਗੇ, ਉਹ ਵੀ ਅਸੀਂ ਚੈੱਕ ਕਰਾਂਗੇ। ਅਗਰ ਕੋਈ ਮੈਨੂੰ ਲੱਗਦਾ ਹੋਇਆ ਕਿ ਕੰਬੋਹ ਪੁਲਿਸ ਦੀ ਕੋਈ ਅਣਗਹਿਲੀ ਹੈ, ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਹੈ। ਸਰ ਜਿਹੜੀ ਲਾਸ਼ ਮਿਲੀ ਹੈ ਉਹਦਾ DNA ਟੈਸਟ ਹੋ ਗਿਆ, ਪਤਾ ਲੱਗਿਆ ਵੀ ਲਾਸ਼ ਰੋਹਿਤ ਦੀ ਹੈ। ਦੇਖੋ ਹਜੇ ਤਾਂ ਪਹਿਲਾਂ ਹੋਏਗਾ ਹਿਊਮਨ ਬਾਡੀ ਦਾ, ਫਿਰ ਨਾਲ ਅਸੀਂ ਜੇ DNA ਲੋਡ ਪਿਆ ਕਰਾਂ ਦੀ ਉਹ ਵੀ ਕਰਾਵਾਂਗੇ। ਵੀ ਵਿਲ ਮੇਕ ਇਟ ਸ਼ੋਰ ਕਿ ਸਾਰਾ ਐਵੀਡੈਂਸ ਪ੍ਰੋਪਰ ਕਲੈਕਟ ਹੋਏ ਔਰ ਜਦੋਂ ਅਸੀਂ ਚਲਾਨ ਕਰਦੇ ਹਾਂ ਨਾ ਮੁਲਜ਼ਮਾਂ ਨੂੰ, ਇਹ ਮੁਲਜ਼ਮ ਜਿਹੜੇ ਸਜ਼ਾ ਮਿਲਣੇ। ਸਰ ਏਜ ਕਿੰਨੀ ਸੀ ਇਹਨਾਂ ਦੀ? ਇਹਦੀ 18 ਸਾਲ ਸੀ ਲੜਕੇ ਦੀ ਰੋਹਿਤ ਦੀ। ਜਿਹੜੇ ਅਕਿਊਜ਼ ਨੇ ਸਰ, ਜਿਹੜੇ ਅਕਿਊਜ਼ ਨੇ ਉਹਨਾਂ ਦੀ ਏਜ ਕਿੰਨੀ? ਉਹਨਾਂ ਦੀ age ਉਹ ਇਹ ਕਰਦੇ ਕੀ ਨੇ? ਉਹਨਾਂ ਦੀ ਏਜ ਵੀ ਤਕਰੀਬਨ ਇੰਨੀ ਹੈ, 18 19 20 ਸਾਲ ਦੇ ਕਰੀਬ। ਕਰਦੇ ਕੀ ਨੇ ਸਰ ਲੱਗਦਾ ਨਹੀਂ ਕਿ ਜਿਹੜੇ ਪਿਛਲੇ ਅਫਸਰ ਸੀਗੇ ਸਵਾਲਾਂ ਦੇ ਘੇਰੇ 'ਚ, ਕਿਉਂਕਿ ਇਹਨਾਂ ਨੇ ਦੋ ਥੋੜੇ ਸਮੇਂ ਦੇ ਵਿੱਚ ਕਰ ਲਿਆ ਆ, ਉਹਨਾਂ ਨੇ ਟਾਈਮ ਲਾਇਆ ਲੱਭੇ। ਨੋ ਡਾਊਟ ਸਵਾਲਾਂ ਗਏ ਨੇ, ਬਟ ਮੈਂ ਪਹਿਲੇ ਕਿਹਾ ਕਿ ਉਹਨਾਂ ਦਾ ਰੋਲ ਤਸਦੀਕ ਕੀਤਾ ਜਾਏਗਾ ਕਿ ਉਹਨਾਂ ਨੇ ਕਿਉਂ ਕੇਸ ਨਹੀਂ ਲੱਭਿਆ ਹੈ। ਐਂਡ ਜੇ ਅਗਰ ਸਾਨੂੰ ਅਣਗਹਿਲੀ ਨਜ਼ਰ ਆਈ ਤਾਂ ਡੈਫੀਨਿਟਲੀ ਐਕਸ਼ਨ ਲਵਾਂਗੇ। ਸਰ ਇਹਨਾਂ ਇਹ ਕਰਦੇ ਕੀ ਸੀ? ਅਕਿਊਜ਼ ਨੇ ਜਿਹੜੇ ਜੋ ਤੁਸੀਂ ਫੜਿਆ, ਇਹਨਾਂ ਦੇ ਪਿਛਲੇ ਵੀ ਕੋਈ ਪਹਿਲੇ ਵੀ ਕੋਈ ਮੁਕੱਦਮਾ ਦਰਜ ਹੈ, ਕੋਈ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੋਈ ਤਾਂ ਨਹੀਂ, ਇਹਨਾਂ ਦੀ ਫਿਲਹਾਲ ਅਜੇ ਤੱਕ ਸਾਨੂੰ ਇਹਨਾਂ ਦੀ ਕੋਈ ਪ੍ਰੀਵੀਅਸ ਕੰਡਕਟ ਬਾਰੇ ਕੋਈ ਬਹੁਤਾ ਸਾਨੂੰ ਰਿਕਾਰਡ ਇਹਨਾਂ ਦਾ ਨਹੀਂ ਮਿਲਿਆ ਵੀ ਇਹਨਾਂ ਨੇ ਕੋਈ ਪੁਰਾਣਾ ਪਰਚਾ ਦਰਜ ਇਹਨਾਂ ਦੇ ਖਿਲਾਫ ਹੋਇਆ। ਪਰ ਫਿਰ ਵੀ ਅਸੀਂ ਹੋਰ ਵੀ ਪਤਾ ਕਰ ਰਹੇ ਹਾਂ, ਜੇ ਕਿਤੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਇਨਵੈਸਟੀਗੇਸ਼ਨ 'ਚ ਦੇਖਾਂਗੇ। ਕਈ ਵਾਰੀ ਕੇਸ ਰਜਿਸਟਰਡ ਨਹੀਂ ਹੁੰਦਾ, ਪਰ ਕ੍ਰਾਈਮ ਉਹਨਾਂ ਬੰਦਿਆਂ ਨੇ ਕੀਤੇ ਹੁੰਦੇ ਨੇ, ਗਵਾਹ ਕੀਤੀਆਂ ਹੁੰਦੀਆਂ ਨੇ, ਉਹ ਅਸੀਂ ਇਹਨਾਂ ਨੂੰ ਉਹਨਾਂ ਨਾਲ ਪੇਸ਼ ਹਜੇ ਤਾਂ ਅਸੀਂ ਮੇਨ ਪਰਚਾ ਜਿਹੜਾ ਮੇਨ ਪਰਚਾ ਉਹ ਸੋਲਵ ਕੀਤਾ। ਇਹ ਦੋਵੇਂ ਕੰਮ ਕੀ ਕਰਦੇ? ਦੋਸ਼ੀਆਂ ਦਾ ਰਿਮਾਂਡ ਲਵਾਂਗੇ, ਉਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ। ਜੋ ਗੱਲ ਸਾਡੇ ਸਾਹਮਣੇ ਆਏਗੀ ਅਸੀਂ ਉਹਦੇ ਅਕੋਰਡਿੰਗਲੀ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਉਹ ਕਰਾਂਗੇ ਜੀ। ਸਰ ਜਿਹੜੀ ਲੜਕੀ ਹੈ, ਜਿੰਨੇ ਚਾਰੇ ਜਾਣੇ ਇੱਕ ਦੂਸਰੇ ਨੂੰ ਜਾਣਦੇ ਸੀਗੇ ਆਲਰੇਡੀ, ਸਾਰਾ ਕੁਝ ਦੇਖੋ ਦੈਟਸ ਅ ਸੈਂਸਿਟਿਵ ਮੈਟਰ।
ਆਪਾਂ ਉਹ 'ਤੇ ਬਹੁਤੀ ਗੱਲ ਨਾ ਕਰੀਏ। ਲੜਕੀ ਦੇ ਬਾਰੇ ਜਿਹੜਾ ਸੀਗਾ ਉਹਦੇ ਪੇਰੈਂਟਸ ਨੂੰ ਦੱਸਤਾ ਗਿਆ, ਉਹਨੂੰ ਦੱਸਤਾ ਗਿਆ, ਆਪਾਂ ਉਹਨੂੰ ਬਹੁਤਾ ਉਸ ਚੀਜ਼ ਨੂੰ ਹਾਈਲਾਈਟ ਨਾ ਕਰੀਏ। These are instructions of the National Women Commission also and Supreme Court also. You must protect her privacy. ਥੈਂਕ ਯੂ ਸਰ, ਥੈਂਕ